ਦੇ ਵਿੱਚ ਇਹਨਾਂ ਮੁਲਾਜ਼ਮਾਂ ਦੀ ਭੂਮਿਕਾ ਕੀ ਹੈਗੀ ਹੈ ਤੇ ਇਹਨਾਂ ਦੇ ਨਾਲ ਧੱਕਾ ਕਿਸ ਭਾਰਤ ਸਰਕਾਰ ਦੀਆਂ ਜਿਹੜੀਆਂ ਹੋਰ ਨਵ ਉਦਾਰਵਾਦੀ ਨੀਤੀਆਂ ਦੇ ਤਹਿਤ ਇੱਥੇ ਕੰਟਰੈਕਟ ਸਿਸਟਮ ਲਾਗੂ ਕੀਤਾ। ਮਤਲਬ ਉਹਦੇ ਵਿੱਚ ਵਰਕਰ ਦੀ ਕੋਈ ਸੁਣਾਈ ਨਹੀਂ ਹੈਗੀ, ਨਾ ਉਹਦੇ ਵਿੱਚ ਕੋਈ ਸੋਸ਼ਲ ਸਿਕਿਉਰਿਟੀ ਆ, ਨਾ ਉਹਦੇ ਵਿੱਚ ਕੋਈ ਹੈਲਥ ਕਾਰਡ ਬਣਦਾ। ਇਹਨਾਂ ਦੀ ਥਾਂ ਆਪਣੇ ਆਪ ਨੂੰ ਰੱਖ ਕੇ ਦੇਖਿਆ ਜਾਵੇ ਜਿੱਦਾਂ ਇਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਇਹਨਾਂ ਦੇ ਘਰ ਕਿਵੇਂ ਚੱਲ ਰਹੇ ਹੋਣਗੇ, ਘਰ ਦੇ ਵਿੱਚ ਰੁਜ਼ਗਾਰ ਨਹੀਂ ਹੈਗਾ ਤੇ ਫਿਰ ਦਾਣਾ ਪਾਣੀ ਕਿਸ ਤਰੀਕੇ ਨਾਲ ਚੱਲਦਾ ਹੁੰਦਾ ਕਦੇ ਨਹੀਂ ਸੋਚਿਆ। ਉਹਦੇ ਵਿੱਚ ਇੱਕ ਗੱਲ ਸਾਫ਼ ਸਾਹਮਣੇ ਆਉਂਦੀ ਆ, ਉਹ ਇੰਨੇ ਕੁ ਇਨਹਿਊਮਨ ਹੋ ਚੁੱਕੇ ਨੇ, ਅਣਮਨੁੱਖੀ ਹੋ ਚੁੱਕੇ ਨੇ ਕਿ ਉਹਨਾਂ ਨੂੰ ਇਹਨਾਂ ਦੀ ਜ਼ਿੰਦਗੀ ਨਹੀਂ ਲੱਗਦੀ, ਉਹਨਾਂ ਨੂੰ ਇਹ ਕੀੜੇ ਮਕੌੜੇ ਲੱਗਦੇ। ਇਹ 45 ਮਜ਼ਦੂਰਾਂ ਦਾ ਮਸਲਾ ਨਹੀਂ ਹੈਗਾ, 35 ਮਜ਼ਦੂਰਾਂ ਦਾ, ਇਹ 35 ਪਰਿਵਾਰ ਸਾਲ ਤੋਂ ਕੰਮ ਕਰਦੇ ਆ ਰਹੇ ਹੋ ਤੇ ਤੁਹਾਨੂੰ ਦੱਸਿਆ ਕੋਈ ਕਾਰਨ ਕਿਉਂ ਕੱਢਿਆ ਗਿਆ? ਕੋਈ ਕਾਰਨ ਨਹੀਂ ਦੱਸਿਆ ਜੀ, ਨਾ ਸਾਨੂੰ ਕੋਈ ਜਵਾਬ ਮਿਲਿਆ ਜੀ। ਸਾਨੂੰ ਤਾਂ ਇਹ ਕੰਮ ਤੇ ਸਵੇਰੇ ਲਾ ਲੈਂਦੇ, ਸ਼ਾਮ ਨੂੰ ਮਰਜ਼ੀ ਇਹਨਾਂ ਦੇ ਰੱਖੀਏ, ਸ਼ਾਮ ਨੂੰ ਨਾ ਮਰਜ਼ੀ ਤੇ ਸਾਨੂੰ ਜਵਾਬ ਦਿਓ। ਘਰ ਦਾ ਗੁਜ਼ਾਰਾ ਕਿਸ ਤਰੀਕੇ ਨਾਲ? ਘਰ ਦਾ ਗੁਜ਼ਾਰਾ ਇਸ ਤਰ੍ਹਾਂ ਜੀ, ਸਰ ਬੱਚੇ हैं माड़े मोटे, थोड़ा बहुत बेचारे वो कर लेंगे, थोड़ा बहुत मैं कर लेंगे, 2-4 जाने पड़ी जाएंगे। और आगे साढ़े को ऐसा नहीं कि 10 रुपये लेकर किसी डॉक्टर को भी बारिश मेरी की टाइम चले गई। 15 ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਹੋ, ਤੁਹਾਨੂੰ ਤਾਂ ਮੈਨੂੰ ਲੱਗਦਾ ਕਿ ਰੈਗੂਲਰ ਮੁਲਾਜ਼ਮਾਂ ਦੇ ਵਿੱਚ ਪਾ ਦੇਣਾ ਚਾਹੀਦਾ ਸੀ। ਹੁਣ ਕਦੀ ਅਸੀਂ ਤੁਹਾਡੇ ਪੈਰੇ ਲੱਗਦੇ, ਕਦੀ ਇਹਨਾਂ ਦੇ ਪੈਰੇ ਲੱਗਦੇ, ਤਾਂ ਕਰਕੇ ਅਸੀਂ ਆਪਣੇ ਕੰਮ ਕਰ ਰਹੇ ਹਾਂ। ਤੁਸੀਂ ਅੰਦਰ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਸੁਣੀ ਤੁਹਾਡੀ ਗੱਲ? ਅੱਜ ਤੱਕ ਕਿਸੇ ਨੇ ਨਹੀਂ ਸੁਣੀ ਜੀ। ਆਉਂਦੇ ਆ ਗੋਲੀ ਦੇ ਕੇ ਚਲੇ ਜਾਂਦੇ, ਕਦੀ ਕੋਈ ਆ ਜਾਂਦੇ, ਕਦੀ ਕੋਈ ਆ ਜਾਂਦੇ। ਬਿਲ ਕਿੱਥੋਂ ਬਣਦਾ, ਗਰਮੀ ਦੀ ਮੌਸਮ, ਰੋਟੀ ਕਿੱਥੇ ਤੋਂ ਮਿਲਦੀ। ਹੁਣ ਬੱਚੇ ਸ਼ਾਮ ਨੂੰ ਜਾ ਕੇ ਰੋਡ ਡੇਲੀ ਪੁੱਛਦੇ ਪਾਪਾ ਕੀ ਹੋਇਆ, ਪਾਪਾ ਹੋਗਾ ਤਾਂ ਹੀ ਦੱਸੋਗਾ, ਤਾਂ ਉਹਨੂੰ ਕੁਝ ਹੋਇਆ ਹੀ ਨਹੀਂ, ਤਾਂ ਮੈਂ ਕਿੱਥੇ ਸਮਝਾ ਕੇ ਇਹਨਾਂ ਪਰਿਵਾਰਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਰੋਟੀ ਕੱਲ੍ਹ ਦੀ ਕਿੱਦਾਂ ਖਾਣੀ ਹੈ ਤੇ ਉੱਪਰ ਦਿੱਤੇ ਜਿਹੜੇ ਲੋਕ ਹੁੰਦੇ ਨੇ ਵੱਡੇ ਵੱਡੇ, ਉਹ ਫਰਮਾਨ ਜਾਰੀ ਕਰ ਦਿੰਦੇ ਨੇ ਵੀ ਕੱਲ੍ਹ ਤੋਂ ਇਸ ਕੰਮ 15 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਨੂੰ, ਤੇ ਅੱਜ ਤਾਈਂ ਇਹ ਰੁਪਏ ਨਹੀਂ ਜੁੜੇ ਵੀ ਅੱਜ ਇਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਕੋਈ 10-20 ਰੁਪਏ ਜਾ ਕੇ ਡਾਕਟਰ ਤੋਂ ਦਵਾਈ ਜਿਹੜੇ ਇਹਨਾਂ ਦਾ ਖੂਨ ਚੂਸਦੇ ਆ, ਚਾਹੇ ਉਹ ਇਸ ਦਫ਼ਤਰ 'ਚ ਬੈਠੇ ਹੋਣ, ਚਾਹੇ ਕਿਸੇ ਹੋਰ ਸੀਟ 'ਤੇ ਬੈਠੇ ਹੋਣ, ਜਿਹਨੂੰ ਅਸੀਂ ਹਾਕਮ ਜਮਾਤ ਦੇ ਕੁੱਤੇ ਕਹਿ ਦਈਏ, ਹੈ ਨਾ, ਜਿਹੜੇ ਸਾਡੇ ਤੇ ਰੂਲ ਕਰ ਰਹੇ ਆ, ਜਿਹੜੇ ਸਾਨੂੰ ਲੁੱਟ ਰਹੇ ਆ, ਜਿਹੜੇ ਸਾਨੂੰ ਲਗਾਤਾਰ ਤੰਗ ਕਰ ਰਹੇ ਆ, ਉਹ ਏਸੀਆਂ 'ਚ ਰਹਿੰਦੇ ਆ। ਉਹਨਾਂ ਨੂੰ ਨਾ ਕੋਈ ਤਰਸ ਆਉਂਦਾ, ਨਾ ਉਹਨਾਂ ਨੂੰ ਇਹ ਫਿਕਰ ਆ ਵੀ ਇਹਨਾਂ ਦੇ ਘਰ ਕਿਵੇਂ ਚੱਲਣਗੇ, ਨਾ ਉਹਨਾਂ ਨੂੰ ਇਹ ਫਿਕਰ ਆ ਕਿ ਇਹਨਾਂ ਦੀ ਰੋਟੀ ਕਿਵੇਂ ਚੱਲੇਗੀ। ਉਹਨਾਂ ਨੂੰ ਸਿਰਫ ਆਪਦੇ ਮੁਨਾਫਿਆਂ ਤੱਕ ਮਤਲਬ ਆ। ਥੋੜੇ ਸਮੇਂ ਬਾਅਦ ਜੋ ਦਿਲ ਕੀਤਾ ਬੰਦੇ ਕੱਢ ਦੋ, ਨਵੇਂ ਰੱਖ ਲਓ, ਕਿਉਂਕਿ ਅੱਜ ਕੱਲ੍ਹ ਬੇਰੁਜ਼ਗਾਰੀ ਇੰਨੀ ਆ ਕਿ ਹਰੇਕ ਬੰਦਾ ਆ ਜਾਂਦਾ ਵੀ ਘੱਟ ਪੈਸੇ ਤੇ ਕੰਮ ਕਰਨ ਤੇ ਉਹ ਆਪਦੀ ਜ਼ਿੰਮੇਵਾਰੀ ਤੋਂ ਭੱਜ ਜਾਂਦੇ ਆ। ਉਹ ਕਹਿੰਦੇ ਅਸੀਂ ਤਾਂ ਫਲਾਣੇ ਠੇਕੇਦਾਰ ਨੂੰ ਠੇਕਾ ਦੇ ਤਾਂ ਉਹਦੇ ਮੁਲਾਜ਼ਮ ਆ, ਉਹ ਜਾਣੇ ਰੱਖੇ ਨਾ ਰੱਖੇ। ਤਰਸ ਨਹੀਂ ਆਉਣ ਵਾਲਾ ਕਦੇ ਵੀ ਸਾਡੇ ਤੇ। ਅਸੀਂ ਇੱਥੇ ਧੁੱਪੇ ਬੈਠੇ ਹਾਂ, ਮੀਆਂ 'ਚ ਵੀ ਰਾਤ ਨੂੰ ਬੈਠਦੇ ਹਾਂ, ਪਰ ਇਹਨਾਂ ਨੂੰ ਕਦੇ ਤਰਸ ਨਹੀਂ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਅਸੀਂ ਅਕਸਰ ਵੱਡੀਆਂ ਮਸ਼ੀਨਰੀਆਂ ਚੱਲਦੀਆਂ ਦੇਖਦੇ ਹਾਂ, ਤਾਂ ਪਰ ਉਹਨਾਂ ਮਸ਼ੀਨਰੀਆਂ ਦੇ ਵਿੱਚ ਜਿਹੜੇ ਛੋਟੇ ਪੁਰਜੇ ਹੁੰਦੇ ਨੇ ਨਾ, ਉਹ ਬੜੀ ਅਹਿਮੀਅਤ ਰੱਖਦੇ। ਇੱਕ ਵੀ ਪੁਰਜਾ ਖਰਾਬ ਹੋ ਜਾਵੇ ਤਾਂ ਮਸ਼ੀਨਰੀ ਕੰਮ ਕਰਨਾ ਬੰਦ ਕਰ ਦਿੰਦੀ। ਇੱਦਾਂ ਹੀ ਬਹੁਤ ਵੱਡੇ ਅਦਾਰਿਆਂ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਵੱਡੀਆਂ ਇਮਾਰਤਾਂ ਦੇ ਵਿੱਚ ਕੰਮ ਕਿਸ ਤਰੀਕੇ ਨਾਲ ਹੁੰਦੇ ਨੇ ਜਾਂ ਵੱਡੇ ਅਦਾਰੇ ਚੱਲਦੇ ਕਿਸ ਤਰੀਕੇ ਨਾਲ ਨੇ, ਤਾਂ ਉਹਦੇ ਵਿੱਚ ਵੀ ਛੋਟੇ ਜਿਹੜੇ ਕਰਮਚਾਰੀ ਹੁੰਦੇ ਨੇ ਉਹ ਛੋਟੇ ਪੁਰਜਿਆਂ ਦਾ ਕੰਮ ਕਰਦੇ ਨੇ। ਇੱਕ ਵੀ ਪੁਰਜਾ ਖਰਾਬ ਹੋਵੇ ਤਾਂ ਸਾਰੀ ਇਮਾਰਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਖੰਡਰ ਬਣ ਜਾਂਦੀ ਹੈ। ਤਾਂ ਪੰਜਾਬ ਯੂਨੀਵਰਸਿਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇੱਥੇ ਵੀ ਬਹੁਤ ਸਾਰੇ ਮੁਲਾਜ਼ਮ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ, ਪਰ ਉਹਨਾਂ ਦੇ ਨਾਲ ਹੁਣ ਧੱਕਾ ਹੋ ਰਿਹਾ। ਧੱਕਾ ਕਿਸ ਤਰੀਕੇ ਨਾਲ ਹੋ ਰਿਹਾ, ਗੱਲਬਾਤ ਕਰਕੇ ਸਮਝਣੀ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਨੇ। ਇੱਕ ਅਚਾਨਕ ਫਰਮਾਨ ਜਾਰੀ ਕੀਤੇ ਜਾਂਦੇ ਨੇ, ਉਸ ਫਰਮਾਨਾਂ ਦੇ ਵਿੱਚ ਕੀ ਇਹਨਾਂ ਦੇ ਲਈ ਹੁੰਦਾ ਹੈਗਾ ਉਹ ਸਮਝਣ ਵਾਲੀ ਗੱਲ ਹੈਗੀ ਹੈ। ਸੰਦੀਪ ਭਾਈ, ਮਜ਼ਦੂਰ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ, ਜਿਵੇਂ ਮੈਂ ਜ਼ਿਕਰ ਕੀਤਾ ਕਿ ਇਹਨਾਂ ਦੀ ਬੜੀ ਅਹਿਮੀਅਤ ਹੁੰਦੀ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਇਹਨਾਂ ਨੂੰ ਅਣਗੌਲਿਆ ਜਿਹਾ ਕਰ ਦਿੱਤਾ ਜਾਂਦਾ। ਪੀਯੂ ਦੇ ਵਿੱਚ ਇਹਨਾਂ ਮੁਲਾਜ਼ਮਾਂ ਦੀ ਭੂਮਿਕਾ ਕੀ ਹੈਗੀ ਹੈ ਤੇ ਇਹਨਾਂ ਦੇ ਨਾਲ ਧੱਕਾ ਕਿਸ ਤਰੀਕੇ ਨਾਲ? ਮਤਲਬ ਅਸਲ ਦੇ ਵਿੱਚ ਪੰਜਾਬ ਯੂਨੀਵਰਸਿਟੀ ਨੇ ਪਿਛਲੇ ਕਈ ਸਾਲਾਂ ਤੋਂ ਮਤਲਬ ਇੱਥੇ ਭਾਰਤ ਸਰਕਾਰ ਦੀਆਂ ਜਿਹੜੀਆਂ ਹੋਰ ਨਵ ਉਦਾਰਵਾਦੀ ਨੀਤੀਆਂ ਦੇ ਤਹਿਤ ਇੱਥੇ ਕੰਟਰੈਕਟ ਸਿਸਟਮ ਲਾਗੂ ਕੀਤਾ। ਮਤਲਬ ਪੰਜਾਬ ਯੂਨੀਵਰਸਿਟੀ ਨੇ ਪੱਕੇ ਇੱਕ ਪਬਲਿਕ ਯੂਨੀਵਰਸਿਟੀ ਦੇ ਵਿੱਚ ਪੱਕੇ ਭਰਤੀ ਕਰਨ ਦੀ ਬਜਾਏ ਇੱਕ ਇਸ ਤਰ੍ਹਾਂ ਦਾ ਲੋਟੂ ਕੰਟਰੈਕਟ ਸਿਸਟਮ ਲਾਗੂ ਕੀਤਾ ਜਿਹੜਾ ਕਿ ਬਿਲਕੁਲ ਹੀ ਐਂਟੀ ਵਰਕਰ ਹੈ। ਮਤਲਬ ਉਹਦੇ ਵਿੱਚ ਵਰਕਰ ਦੀ ਕੋਈ ਸੁਣਾਈ ਨਹੀਂ ਹੈਗੀ, ਨਾ ਉਹਦੇ ਵਿੱਚ ਕੋਈ ਸੋਸ਼ਲ ਸਿਕਿਉਰਿਟੀ ਆ, ਨਾ ਉਹਦੇ ਵਿੱਚ ਕੋਈ ਹੈਲਥ ਕਾਰਡ ਬਣਦਾ, ਅਤੇ ਨਾ ਹੀ ਉਹਦੇ ਵਿੱਚ ਉਹਨਾਂ ਦੀ ਸੁਣਵਾਈ ਆ।
ਮਤਲਬ ਕਦੋਂ ਵੀ ਉਹਨੂੰ ਕੱਢਿਆ ਜਾ ਸਕਦਾ, ਕਦੇ ਵੀ ਮਤਲਬ ਉਹਨਾਂ ਨਾਲ ਧੱਕਾ ਕੀਤਾ ਜਾ ਸਕਦਾ। ਤੇ ਅੱਜ ਵੀ ਮਤਲਬ ਜਦੋਂ ਇਹ ਕੰਟਰੈਕਟ ਸਿਸਟਮ ਲਾਗੂ ਹੁੰਦਾ ਤਾਂ ਹਰ ਸਾਲ ਇਹਨਾਂ ਨੂੰ ਸੈਲਰੀ ਲੈਣ ਦੇ ਲਈ ਵੀ ਸੰਘਰਸ਼ ਕਰਨਾ ਪੈਂਦਾ, ਧਰਨੇ ਲਾਣੇ ਪੈਂਦੇ ਨੇ। ਤੇ ਆ ਪਿਛਲੇ ਸਮੇਂ ਦੇ ਵਿੱਚ ਪਿਛਲੇ 45 ਦਿਨ ਪਹਿਲਾਂ ਮਤਲਬ ਇਹ ਵਰਕਰਾਂ ਨੂੰ, ਕਈ ਵਰਕਰਾਂ ਨੂੰ ਕੰਟਰੈਕਟ ਸਿਸਟਮ ਕਰਕੇ ਕੱਢ ਦਿੱਤਾ ਗਿਆ। ਕੱਢਿਆ ਇਸ ਕਰਕੇ ਗਿਆ ਕਿਉਂਕਿ DC ਰੇਟ ਚੰਡੀਗੜ੍ਹ ਦੇ ਵਿੱਚ ਇਹਨਾਂ ਉੱਤੇ ਲਾਗੂ ਹੋ ਗਿਆ। ਤਾਂ DC ਰੇਟ ਲਾਗੂ ਹੋਣ ਦੇ ਕਰਕੇ ਪੰਜਾਬ ਯੂਨੀਵਰਸਿਟੀ ਦਾ ਫਰਜ਼ ਬਣਦਾ ਸੀ ਕਿ ਇਹਨਾਂ ਨੂੰ ਹੋਰ ਫੰਡ ਪ੍ਰੋਵਾਈਡ ਕੀਤਾ ਜਾਵੇ। ਫੰਡ ਪ੍ਰੋਵਾਈਡ ਨਹੀਂ ਕੀਤਾ। ਬਿਲਡਿੰਗਾਂ ਵਧੀਆ ਨੇ, ਇਹ ਮੇਨਟੇਨੈਂਸ ਤੇ ਕੰਸਟਰਕਸ਼ਨ ਵਾਲੇ ਵਰਕਰਸ ਨੇ, ਬਿਲਡਿੰਗਾਂ ਵਧੀਆ ਨੇ ਤੇ ਫੰਡ ਘਟਿਆ ਏ ਤੇ ਪੰਜਾਬ ਯੂਨੀਵਰਸਿਟੀ ਨੇ ਫੰਡ ਦੇਣ ਤੋਂ ਮਨਾ ਕਰਤਾ ਤੇ ਕੰਟਰੈਕਟਰ ਨੇ ਵਰਕਰ ਕੱਢਣੇ ਸ਼ੁਰੂ ਕਰਤੇ। ਤੇ ਅਸੀਂ ਲੰਬੇ ਸਮੇਂ ਤੋਂ ਇੱਥੇ ਸੰਘਰਸ਼ਸ਼ੀਲ ਹਾਂ ਸਾਰੇ ਜਿਹੜੇ ਵਰਕਰਸ, ਕਿ ਜਿੰਨੇ ਵੀ ਵਰਕਰਸ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੁਰੰਤ ਇਫੈਕਟ ਤੋਂ। ਤੇ ਦੂਜਾ ਜਿਹੜਾ ਇਹ ਸਿਸਟਮ ਹੈ ਕੰਟਰੈਕਟ ਸਿਸਟਮ, ਇਹਨੂੰ ਖਤਮ ਕਰਕੇ ਰੈਗੂਲਰ ਤੇ ਪਰਮਾਨੈਂਟ ਭਰਤੀ ਕੀਤੀ ਜਾਵੇ। ਕਿਉਂਕਿ ਅਸਲ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੱਲਦੀ ਆ ਤਾਂ ਉਹਦੇ ਚੱਲਣ ਦੇ ਪਿੱਛੇ ਇਹ ਵਰਕਰਸ ਨੇ। ਅਦਰ ਟੀਚਰ ਤਾਂ ਲੈਕਚਰ ਲੈ ਕੇ ਆ ਜਾਂਦਾ, ਬਟ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੀਵਰੇਜ ਤੋਂ ਲੈ ਕੇ, ਸੜਕਾਂ ਤੋਂ ਲੈ ਕੇ, ਪਲੰਬਰ ਦਾ ਕੰਮ ਹੋ ਗਿਆ, ਹੈਲਪਰ ਦਾ ਕੰਮ ਹੋ ਗਿਆ, ਉਹ ਅਸਲ ਦੇ ਵਿੱਚ ਵਰਕਿੰਗ ਜਿਹੜੀ ਫੰਕਸ਼ਨਿੰਗ ਆ ਪੰਜਾਬ ਯੂਨੀਵਰਸਿਟੀ ਦੀ, ਤਾਂ ਉਹ ਇਹ ਵਰਕਰਾਂ ਕਰਕੇ ਆ। ਤਾਂ ਇਹ ਵਰਕਰਾਂ ਦੇ ਨਾਲ ਲਗਾਤਾਰ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਪੜ੍ਹਿਆ ਲਿਖਿਆ ਸੋ ਕਾਲਡ ਸੈਕਸ਼ਨ ਹੈ, ਜਿਹੜਾ ਚਾਹੇ ਉਹ ਵਾਈਸ ਚਾਂਸਲਰ ਆ, ਚਾਹੇ ਉਹ ਰਜਿਸਟਰਾਰ ਆ, ਚਾਹੇ ਉਹ ਪੰਜਾਬ ਯੂਨੀਵਰਸਿਟੀ ਦੇ ਹੋਰ ਅਦਾਰੇ ਨੇ, ਮਤਲਬ ਇੱਕ ਗੱਲ ਸਾਫ਼ ਆ ਕਿ ਜਿਹੜਾ ਐਕਸੀਅਨ ਦਾ ਆਫਿਸ ਹੈ, ਕੰਸਟਰਕਸ਼ਨ ਦਾ ਆਫਿਸ ਹੈ, ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਕਰਪਸ਼ਨ ਦਾ ਹੱਬ ਬਣ ਚੁੱਕਿਆ। ਕਿ ਠੇਕੇਦਾਰ ਇਹਨਾਂ ਨੂੰ ਰੱਖਣ ਦੇ ਲਈ ਵੀ 2-2 ਹਜ਼ਾਰ ਰੁਪਇਆ ਮੰਗਦੇ ਨੇ ਤੇ ਇਹਨਾਂ ਦੇ ਉੱਪਰ ਤਸ਼ੱਦਦ ਵੀ ਕਰਦੇ ਨੇ। ਕਦੇ ਵੈਸੇ ਹੈਰਾਨੀ ਦੀ ਗੱਲ ਨਹੀਂ ਕਿ ਇਹਨਾਂ ਲੋਕਾਂ ਨੂੰ ਅਣਗੌਲਿਆਂ ਇਸ ਤਰੀਕੇ ਨਾਲ ਕਰ ਦਿੱਤਾ ਜਾਂਦਾ ਕਿ ਇਨਸਾਨ ਹੀ ਨਹੀਂ ਹੁੰਦੇ। ਲੱਗਦਾ ਕਿ ਜੇ ਇਹਨਾਂ ਦੀ ਥਾਂ ਆਪਣੇ ਆਪ ਨੂੰ ਰੱਖ ਕੇ ਦੇਖਿਆ ਜਾਵੇ, ਜਿੱਦਾਂ ਇਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਇਹਨਾਂ ਦੇ ਘਰ ਕਿਵੇਂ ਚੱਲ ਰਹੇ ਹੋਣਗੇ, ਘਰ ਦੇ ਵਿੱਚ ਰੁਜ਼ਗਾਰ ਨਹੀਂ ਹੈਗਾ ਤੇ ਫਿਰ ਦਾਣਾ ਪਾਣੀ ਕਿਸ ਤਰੀਕੇ ਨਾਲ ਚੱਲਦਾ ਹੁੰਦਾ, ਕਦੇ ਨਹੀਂ ਸੋਚਿਆ ਜਾਂਦਾ। ਅਸਲ ਦੇ ਵਿੱਚ ਸਾਡੀ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਜਦੋਂ ਮੀਟਿੰਗ ਹੁੰਦੀ ਉਹਦੇ ਵਿੱਚ ਇੱਕ ਗੱਲ ਸਾਫ਼ ਸਾਹਮਣੇ ਆਉਂਦੀ ਆ, ਉਹ ਇੰਨੇ ਕੁ ਇਨਹਿਊਮਨ ਹੋ ਚੁੱਕੇ ਨੇ, ਅਣਮਨੁੱਖੀ ਹੋ ਚੁੱਕੇ ਨੇ ਕਿ ਉਹਨਾਂ ਨੂੰ ਇਹਨਾਂ ਦੀ ਜ਼ਿੰਦਗੀ ਨਹੀਂ ਲੱਗਦੀ, ਉਹਨਾਂ ਨੂੰ ਇਹ ਕੀੜੇ ਮਕੌੜੇ ਲੱਗਦੇ ਨੇ। ਮਤਲਬ ਅਸੀਂ ਜਦੋਂ ਗੱਲ ਕੀਤੀ ਕਿ ਦੇਖੋ ਇਹ 45 ਮਜ਼ਦੂਰਾਂ ਦਾ ਮਸਲਾ ਨਹੀਂ ਹੈਗਾ, 35 ਮਜ਼ਦੂਰਾਂ ਦਾ, ਇਹ 35 ਪਰਿਵਾਰ ਨੇ ਜਿਨ੍ਹਾਂ ਦੇ ਪਿੱਛੇ ਉਹਨਾਂ ਦੇ ਬੱਚੇ ਨੇ, ਜਿਨ੍ਹਾਂ ਨੇ ਪੜ੍ਹਾਈ ਕਰਨੀ ਆ, ਅੱਗੇ ਉੱਚ ਸਿੱਖਿਆ ਲੈਣੀ ਆ, ਜਾਂ ਉਹਨਾਂ ਨੇ ਹੈਲਥ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਰੋਜ਼ਮਰਰਾ ਦੀ ਜ਼ਿੰਦਗੀ ਕਿਵੇਂ ਬਤੀਤ ਕਰਨੀ ਆ। ਤਾਂ ਇਸ ਕਰਕੇ 35 ਪਰਿਵਾਰਾਂ ਦਾ ਮਸਲਾ, ਤੇ ਭਾਰਤ ਸਰਕਾਰ ਦੀਆਂ ਨੀਤੀਆਂ ਨੂੰ ਇੱਥੇ ਲਗਾਤਾਰ ਸਿਰਫ ਵਰਕਰਾਂ ਦੇ ਉੱਤੇ ਲਾਗੂ ਨਹੀਂ ਕਰ ਰਹੇ, ਹਰ ਚੀਜ਼ ਦਾ ਠੇਕੇਦਾਰੀਕਰਨ ਕੀਤਾ ਜਾ ਰਿਹਾ। ਇੱਕ ਵਾਰੀ ਤਸਵੀਰਾਂ ਦੇਖ ਲਓ, ਪਿੱਛੇ ਕਾਫੀ ਮਜ਼ਦੂਰ ਬੈਠੇ ਹੋਏ ਨੇ, ਲਗਾਤਾਰ ਸੰਘਰਸ਼ ਕਰ ਰਹੇ ਨੇ, ਪਰ ਇਹਨਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ। 35 ਜਿਵੇਂ ਬਾਈ ਹੁਣੀ ਦੱਸ ਰਹੇ ਸੀਗੇ ਕਿ 35 ਇਹ ਨੌਜਵਾਨ ਨਹੀਂ, 35 ਪਰਿਵਾਰ ਇਹਨਾਂ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੀ ਰੋਜ਼ੀ ਇੱਕਦਮ ਰੋਕ ਦਿੱਤੀ ਗਈ ਹੈ। ਬਾਬਾ ਜੀ ਕੀ ਨਾਮ ਤੁਹਾਡਾ? ਉਮੀਰ ਹੈ ਜੀ। ਇਹ ਕਿੰਨਾ ਸਮਾਂ ਹੋ ਗਿਆ ਯੂਨੀਵਰਸਿਟੀ 'ਚ ਕੰਮ? 15 ਸਾਲ ਹੋ ਗਏ ਜੀ। 15 ਸਾਲ ਤੋਂ ਕੰਮ ਕਰਦੇ ਆ ਰਹੇ ਹੋ, ਤੇ ਤੁਹਾਨੂੰ ਦੱਸਿਆ ਕੋਈ ਕਾਰਨ ਕਿਉਂ ਕੱਢਿਆ ਗਿਆ? ਸਾਨੂੰ ਕੋਈ ਕਾਰਨ ਨਹੀਂ ਦੱਸਿਆ ਜੀ, ਨਾ ਸਾਨੂੰ ਕੋਈ ਜਵਾਬ ਮਿਲਿਆ ਜੀ। ਸਾਨੂੰ ਤਾਂ ਇਹ ਹੈ ਜੀ, ਕੰਮ ਤੇ ਸਵੇਰੇ ਲਾ ਲੈਂਦੇ, ਸ਼ਾਮ ਨੂੰ ਮਰਜ਼ੀ ਇਹਨਾਂ ਦੇ ਰੱਖੀਏ, ਸ਼ਾਮ ਨੂੰ ਨਾ ਮਰਜ਼ੀ ਤੇ ਸਾਨੂੰ ਜਵਾਬ ਦੇ ਦਿੰਦੇ, ਕੱਲ੍ਹ ਤੇ ਨਹੀਂ ਤੂੰ ਆਉਣਾ, ਸੋ ਅਸੀਂ ਕੁਝ ਨਹੀਂ ਕਰ ਸਕਦੇ। ਤੇ ਘਰ ਦਾ ਗੁਜ਼ਾਰਾ ਕਿਸ ਤਰੀਕੇ ਨਾਲ ਚੱਲਦਾ? ਘਰ ਦਾ ਗੁਜ਼ਾਰਾ ਇਸ ਤਰ੍ਹਾਂ ਜੀ, ਸਰ ਬੱਚੇ ਹੈ ਮਾੜੇ ਮੋਟੇ, ਥੋੜ੍ਹਾ ਬਹੁਤਾ ਵਿਚਾਰੇ ਉਹ ਕਰ ਲੈਂਦੇ, ਥੋੜ੍ਹਾ ਬਹੁਤਾ ਮੈਂ ਕਰ ਲੈਂਦਾ ਜੀ, 2-4 ਨਿਆਣੇ ਪੜੀ ਜਾਂਦੇ ਜੀ। ਔਰ ਅੱਗੇ ਸਾਡੇ ਕੋਲ ਐਸਾ ਨਹੀਂ ਕਿ 10 ਰੁਪਏ ਲੈ ਕੇ ਕਿਸੇ ਡਾਕਟਰ ਕੋਲ ਵੀ ਵਾਰੀ ਸਵੇਰੇ ਕਿਸ ਟਾਈਮ ਚਲੇ ਜਾਈਏ ਕਿ ਵੀ ਸਾਨੂੰ ਬਿਮਾਰੀ ਹੈ, ਬੁਖਾਰ ਹੈ, ਇਹਨੂੰ ਦਵਾਈ ਦੇ ਦਿਓ। ਉਹ ਸਾਨੂੰ 15 ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਹੋ, ਤੁਹਾਨੂੰ ਤਾਂ ਮੈਨੂੰ ਲੱਗਦਾ ਕਿ ਰੈਗੂਲਰ ਮੁਲਾਜ਼ਮਾਂ ਦੇ ਵਿੱਚ ਪਾ ਦੇਣਾ ਚਾਹੀਦਾ ਸੀ। ਹੁਣ ਤਾਂ ਇਹਨਾਂ ਚਾਹੀਦਾ ਸਾਰੇ ਜੀ ਨਾ, ਜੇ ਪਾਏ ਤੋਂ ਪਾਣੇ ਦੇ ਇਹਨਾਂ ਨੂੰ ਕਿੱਥੇ ਹੈ ਜੀ। ਇਹ ਤਾਂ ਸਾਨੂੰ ਇਸ ਬੇਸ 'ਤੇ ਵੀ ਨਹੀਂ ਰੱਖ ਰਹੇ ਕਿ ਬਈ ਚਲੋ ਇਹਨਾਂ ਦੀ ਹਰ ਮਹੀਨਾ ਹਰ ਸਾਲ ਰੈਲੀ ਕਰਾਉਂਦੇ, ਸਾਡੇ ਤਾਂ ਹਰ ਸਾਲ ਰੈਲੀ ਕਰਾਉਂਦੇ ਜੀ। ਹੁਣ ਕਦੀ ਅਸੀਂ ਤੁਹਾਡੇ ਪੈਰੇ ਲੱਗਦੇ, ਕਦੀ ਇਹਨਾਂ ਦੇ ਪੈਰੇ ਲੱਗਦੇ, ਤਾਂ ਕਰਕੇ ਅਸੀਂ ਆਪਣੇ ਕੰਮ ਕਢਾਉਂਦੇ ਜੀ। ਹੁਣ ਅੱਗੇ ਜੇ ਸਾਡੇ ਤੋਂ ਕੋਈ ਪਾਵਰ ਨਹੀਂ ਹੈ ਜੀ ਕਿ ਅਸੀਂ ਅੱਗੇ ਕਿਤੇ ਚਲੇ ਜਾਈਏ। ਤੁਸੀਂ ਅੰਦਰ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਸੁਣੀ ਤੁਹਾਡੀ ਹੁਣ ਤੱਕ ਆਵਾਜ਼? ਅੱਜ ਤੱਕ ਕਿਸੇ ਨੇ ਨਹੀਂ ਸੁਣੀ ਜੀ। ਆਉਂਦੇ ਆ ਗੋਲੀ ਦੇ ਕੇ ਚਲੇ ਜਾਂਦੇ ਜੀ ਸਾਨੂੰ, ਕਦੀ ਕੋਈ ਆ ਜਾਂਦੇ, ਕਦੀ ਕੋਈ ਆ ਜਾਂਦੇ, ਗੋਲੀ ਦੇ ਕੇ ਚਲੇ ਜਾਂਦੇ। ਅੱਜ ਤੁਹਾਡਾ ਕੰਮ ਕਰਾ ਦੇंगे, ਪਰਸੋਂ ਨੂੰ ਕਰਾ ਦੇंगे। 1.5 ਮਹੀਨਾ ਹੋ ਗਿਆ ਜੀ। ਹੁਣ 1.5 ਮਹੀਨੇ में सर ये देखो जी, बच्चे कितने जाओगे बेचारे, ਅਸੀਂ बिजली का बिल कितों भरना है, गर्मी की मौसम है, रोटी कितने से मिलनी है। ਹੁਣ ਬੱਚੇ ਸ਼ਾਮ ਨੂੰ ਜਾ ਕੇ ਰੋਜ਼ ਡੇਲੀ ਪੁੱਛਦੇ ਪਾਪਾ ਕੀ ਹੋਇਆ, ਪਾਪਾ ਹੋਗਾ ਤਾਂ ਹੀ ਦੱਸੋਗਾ, ਤਾਂ ਉਹਨੂੰ ਕੁਝ ਹੋਇਆ ਹੀ ਨਹੀਂ ਤਾਂ ਮੈਂ ਕੀ ਦੱਸਣ ਜਾ ਕੇ ਨਿਆਣਿਆਂ ਨੂੰ। ਇਹ ਹੈ ਸਰ ਬਸ ਅੱਗੇ। ਇਹ ਬੜੀ ਹੈਰਾਨੀ ਹੈ ਗਗਨ ਕਿ ਇਹਨਾਂ ਪਰਿਵਾਰਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਰੋਟੀ ਕੱਲ੍ਹ ਦੀ ਕਿੱਦਾਂ ਖਾਣੀ ਹੈਗੀ, ਤੇ ਉੱਪਰ ਤੇ ਜਿਹੜੇ ਲੋਕ ਹੁੰਦੇ ਨੇ ਵੱਡੇ ਵੱਡੇ, ਉਹ ਫਰਮਾਨ ਜਾਰੀ ਕਰ ਦਿੰਦੇ ਨੇ ਵੀ ਕੱਲ੍ਹ ਤੋਂ ਤੁਸੀਂ ਕੰਮ ਤੇ। ਹਾਂਜੀ ਇਹੀ ਗੱਲ ਆ ਬਈ, ਜਿਵੇਂ ਬਾਬਾ ਜੀ ਨੇ ਦੱਸਿਆ ਕਿ 15 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਨੂੰ, ਤੇ ਅੱਜ ਤਾਈਂ ਇਹ ਰੁਪਏ ਨਹੀਂ ਜੁੜੇ ਵੀ ਅੱਜ ਇਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਕੋਈ 10-20 ਰੁਪਏ ਜਾ ਕੇ ਡਾਕਟਰ ਤੋਂ ਦਵਾਈ ਲਿਆਉਣ। 15 ਸਾਲਾਂ 'ਚ ਇਹਨਾਂ ਨੂੰ ਕੁਛ ਨਹੀਂ ਜੁੜਿਆ। ਮੈਂ ਲਗਾਤਾਰ 15 ਸਾਲਾਂ ਯੂਨੀਵਰਸਿਟੀ, ਸਿਰਫ ਯੂਨੀਵਰਸਿਟੀ ਜਿੱਥੇ ਵੀ ਇਹ ਮਜ਼ਦੂਰ ਤਬਕਾ ਕੰਮ ਕਰਦਾ, ਕੰਟਰੈਕਚੁਅਲ ਮੁਲਾਜ਼ਮਾਂ, ਉਹਨਾਂ ਦਾ ਖੂਨ ਨਿਚੋੜਿਆ ਜਾਂਦਾ।
ਮਤਲਬ ਦੇਣ ਨੂੰ ਪੈਸੇ ਸਿਰਫ ਉਨੇ ਹੀ ਦਿੱਤੇ ਜਾਂਦੇ ਕਿ ਉਹਨਾਂ ਦਾ ਰੋਟੀ ਪਾਣੀ ਚੱਲੀ ਜਾਵੇ। ਤੇ ਦੂਜੇ ਪਾਸੇ ਜਿਹੜੇ ਇਹਨਾਂ ਦਾ ਫੋਨ ਚੂਸਦੇ ਆ, ਚਾਹੇ ਉਹ ਇਸ ਦਫ਼ਤਰ 'ਚ ਬੈਠੇ ਹੋਣ, ਚਾਹੇ ਕਿਸੇ ਹੋਰ ਸੀਟ ਤੇ ਬੈਠੇ ਹੋਣ, ਜਿਹਨੂੰ ਅਸੀਂ ਹਾਕਮ ਜਮਾਤ ਦੇ ਕੁੱਤੇ ਕਹਿ ਦਈਏ ਹੈ ਨਾ, ਜਿਹੜੇ ਸਾਡੇ ਤੇ ਰੂਲ ਕਰ ਰਹੇ ਆ, ਜਿਹੜੇ ਸਾਨੂੰ ਲੁੱਟ ਰਹੇ ਆ, ਜਿਹੜੇ ਸਾਨੂੰ ਲਗਾਤਾਰ ਤੰਗ ਕਰ ਰਹੇ ਆ, ਉਹ ਏਸੀਆਂ 'ਚ ਰਹਿੰਦੇ ਆ। ਉਹਨਾਂ ਦੀ ਮਜ਼ਦੂਰ ਵਿਰੋਧੀ ਮਾਨਸਿਕਤਾ ਮਤਲਬ ਉਹਨਾਂ 'ਚ ਮੈਨੂੰ ਲੱਗਦਾ ਜਿਵੇਂ ਇੱਕ ਇਨਸਾਨ ਦੀ ਅਸੀਂ ਡੈਫੀਨੇਸ਼ਨ ਦਿੰਦੇ ਹਾਂ ਕਿ ਇਨਸਾਨ ਇਮੋਸ਼ਨਲ ਹੁੰਦਾ ਹੈ ਨਾ, ਉਹਨਾਂ ਦੇ ਇਮੋਸ਼ਨ ਵੀ ਮਰ ਚੁੱਕੇ। ਮਤਲਬ ਉਹਨਾਂ ਨੂੰ ਨਾ ਕੋਈ ਤਰਸ ਆਉਂਦਾ, ਨਾ ਉਹਨਾਂ ਨੂੰ ਇਹ ਫਿਕਰ ਆ ਵੀ ਇਹਨਾਂ ਦੇ ਘਰ ਕਿਵੇਂ ਚੱਲਣਗੇ, ਨਾ ਉਹਨਾਂ ਨੂੰ ਇਹ ਫਿਕਰ ਆ ਕਿ ਇਹਨਾਂ ਦੀ ਰੋਟੀ ਕਿਵੇਂ ਚੱਲੂਗੀ। ਉਹਨਾਂ ਨੂੰ ਸਿਰਫ ਆਪਦੇ ਮੁਨਾਫਿਆਂ ਤੱਕ ਮਤਲਬ ਆ ਕਿ ਕਿਹੜਾ ਠੇਕੇਦਾਰ ਸਾਨੂੰ ਵੱਧ ਕਰਪਸ਼ਨ ਵਿੱਚੋਂ ਕਿਵੇਂ ਕੱਢ ਕੇ ਦੇਊਗਾ। ਤੁਸੀਂ ਹੁਣ ਜਦੋਂ ਇਹਨਾਂ ਦੇ ਹੱਕ ਦੀ ਆਵਾਜ਼ ਉੱਪਰ ਜਾ ਕੇ ਅਧਿਕਾਰੀਆਂ ਨਾਲ ਕਰਦੇ ਹੋ, ਉਹਨਾਂ ਦਾ ਤਰਕ ਕੀ ਹੁੰਦਾ, ਕੀ ਕਾਰਨ ਦੱਸਦੇ ਨੇ, ਕਿਉਂ ਕੱਢੇ ਗਏ ਇਹ ਮੁਲਾਜ਼ਮ, ਜਾਂ ਕੀ ਤਰਕ ਕੀ ਦਿੰਦੇ? ਉਹ ਇੰਨੀ ਮਜ਼ਦੂਰ ਵਿਰੋਧੀ ਮਾਨਸਿਕਤਾ ਨਾ, ਕੁਛ ਤਾਂ ਉਹ ਇਹ ਚੀਜ਼ਾਂ ਨਾਰਮਲੀ ਮੰਨਦੇ ਆ, ਕਹਿੰਦੇ ਮਜ਼ਦੂਰਾਂ ਨਾਲ ਤੇ ਹੋਣੀ ਹੁੰਦੀ ਆ, ਮਜ਼ਦੂਰਾਂ ਤਾਂ ਨਿਕਲਣਾ ਹੀ ਹੁੰਦਾ, ਮਤਲਬ ਕਹਿੰਦੇ ਗਰੀਬੀ ਮੇਰੀ ਤਾਂ ਹੁੰਦੀ ਹੁੰਦੀ ਆ। ਮਤਲਬ ਇਹੋ ਜਿਹੇ ਲੰਡੂ ਲੌਜਿਕ ਦਿੰਦੇ ਆ, ਕਹਿਣ ਨੂੰ ਉਹ PhDਆਂ ਖਰੀ ਬੈਠੇ ਆ, ਜਿਹੜੇ ਅੰਦਰ ਬੈਠੇ ਆ। ਮਤਲਬ ਇਹੋ ਜਿਹੇ ਮਜ਼ਦੂਰ ਵਿਰੋਧੀ ਮਾਨਸਿਕਤਾ ਜਿਹਦੇ ਤਹਿਤ ਉਹ ਇੱਥੇ ਕੰਮ ਕਰ ਰਹੇ ਆ। ਮਤਲਬ ਉਹਨਾਂ ਦੇ ਤਰਕ ਇਹ ਆ ਕਿ ਤੁਸੀਂ VC ਆਫਿਸ ਦੇ ਬਾਹਰ ਬੈਠੇ ਹੋ, ਇਹਦੇ ਨਾਲ ਯੂਨੀਵਰਸਿਟੀ ਦੀ ਬਿਊਟੀਫਿਕੇਸ਼ਨ ਖਤਮ ਹੋ ਰਹੀ ਆ, ਯੂਨੀਵਰਸਿਟੀ ਸੋਹਣੀ ਨਹੀਂ ਲੱਗ ਰਹੀ, ਯੂਨੀਵਰਸਿਟੀ ਦਾ ਬੁਰਾ ਪ੍ਰਭਾਵ ਪੈ ਰਿਹਾ। ਪਰ ਦੂਜੇ ਪਾਸੇ ਉਹ ਨਹੀਂ ਦੇਖਦੇ ਤੇ ਕਿ ਜਿੰਨਾ ਕਰਕੇ ਯੂਨੀਵਰਸਿਟੀ ਚੱਲ ਰਹੀ ਆ, ਜਿੰਨਾ ਕਰਕੇ ਸੁੰਦਰਤਾ, ਜਿੰਨਾ ਕਰਕੇ ਇੱਥੋਂ ਦੀ ਸਫਾਈ ਆ, ਚਾਹੇ ਉਹ ਸੀਵਰੇਜ ਦੀ ਸਫਾਈ ਹੋਵੇ, ਬਾਥਰੂਮਾਂ ਦੀ ਹੋਸਟਾਂ ਦੀ, ਚਾਹੇ ਇਹਨਾਂ ਦੇ ਦਫ਼ਤਰਾਂ ਦੀ, ਚਾਹੇ ਸੜਕਾਂ ਦੀ ਸਫਾਈ ਆ, ਜੇ ਉਹਨਾਂ ਦੀ ਜ਼ਿੰਦਗੀ ਚੰਗੀ ਨਹੀਂ ਚੱਲ ਰਹੀ ਹੋਊਗੀ ਤਾਂ ਅਸੀਂ ਫੋਕੀ ਸੁੰਦਰਤਾ ਤੋਂ ਵੀ ਕੀ ਲੈਣਾ। ਇੱਕ ਇਹ ਵੀ ਚੀਜ਼ ਆਈ ਹੈ, ਕਹਿੰਦੇ ਕਿ ਇਹ ਕੱਢ ਦਿੱਤੇ ਗਏ, ਕੁਝ ਨਵੇਂ ਬੰਦੇ ਆਪਣੇ ਹਿਸਾਬ ਨਾਲ ਭਰਤੀ ਵੀ ਕਰ ਲਏ ਗਏ, ਇਦਾਂ ਦੀ ਵੀ ਗੱਲ ਹੈਗੀ? ਹਾਂਜੀ, ਅਸਲ 'ਚ ਐਂ ਹੋਇਆ ਕਿ ਪਿਛਲੇ ਸਾਲ ਮੇਨਟੇਨੈਂਸ 'ਚ 117 ਬੰਦੇ ਸੀ। ਕੁਛ ਤਾਂ ਇਹ ਹੋਇਆ 117 ਤੋਂ ਪੋਸਟਾਂ ਘਟਾ ਕੇ 100 ਕਰਤੀਆਂ ਉਹਨਾਂ ਨੇ, 17 ਬੰਦੇ ਤਾਂ ਉਹ ਨਿਕਲ ਗਏ। ਕੁਛ ਕੀ ਹੋਇਆ ਕਿ ਠੇਕੇਦਾਰ ਨਵਾਂ ਆ ਗਿਆ, ਨਵੇਂ ਠੇਕੇਦਾਰ ਨੇ ਨਵੇਂ ਬੰਦੇ ਰੱਖ ਲਏ, ਪੁਰਾਣੇ ਨੇ ਵੀ ਕੁਛ ਨਵੇਂ ਰੱਖ ਲਏ। ਉਹ ਨਵੇਂ ਰੱਖਣ ਦਾ ਕਾਰਨ ਇਹ ਆ ਕਿ ਇੱਕ ਤਾਂ ਨਵੇਂ ਬੰਦੇ ਜਦੋਂ ਰੱਖਦੇ ਉਹ ਤੇ ਸਾਨ ਹੀ ਰੱਖਦੇ 2-3 ਸਾਲ ਦਾ, ਵੀ ਤੈਨੂੰ ਰੱਖਿਆ ਸੀ, ਵੀ ਉਹ ਬੋਲ ਹੀ ਨਾ ਸਕੇ ਮੂਹਰੋਂ, ਹੈ ਨਾ, ਮਤਲਬ ਗੁਲਾਮਾਂ ਵਾਂਗੂ ਕੰਮ ਕਰਾਓ ਉਹਨਾਂ ਤੋਂ। ਮਤਲਬ ਪੁਰਾਣਾ ਬੰਦਾ ਕੁਛ ਵਿਰੋਧ ਦੀ ਆਵਾਜ਼ ਉਠਾਉਣ ਲੱਗਦਾ, ਉਹ ਇਕੱਠੇ ਹੋਣ ਲੱਗਦੇ, ਇਕੱਠੇ ਹੋ ਕੇ ਕੁਛ ਆਵਾਜ਼ ਉਠਾਉਣ ਲੱਗਦੇ ਆ, ਉਹ ਇਹਨਾਂ ਦੀ ਆਵਾਜ਼ ਤੋਂ ਵੀ ਡਰਦੇ ਆ। ਮਤਲਬ ਉਹਦੇ 'ਚ ਠੇਕੇਦਾਰ ਵੀ ਡਰਦੇ ਆ ਤੇ ਇੱਥੋਂ ਦਾ ਪ੍ਰਸ਼ਾਸਨ ਵੀ ਡਰਦਾ, ਤਾਂ ਕਰਕੇ ਉਹ ਪੁਰਾਣਿਆਂ ਨੂੰ ਕੱਢ ਕੇ ਨਵੇਂ ਬੰਦੇ। ਤਾਂ ਹੀ ਇੱਕ ਕੰਟਰੈਕਚੁਅਲ ਸਿਸਟਮ ਤਾਂ ਹੀ ਬਣਾਇਆ ਹੋਇਆ ਕਿ ਥੋੜੇ ਸਮੇਂ ਬਾਅਦ ਜਦੋਂ ਦਿਲ ਕੀਤਾ ਬੰਦੇ ਕੱਢ ਦਿਓ, ਨਵੇਂ ਰੱਖ ਲਓ, ਕਿਉਂਕਿ ਅੱਜ ਕੱਲ੍ਹ ਬੇਰੁਜ਼ਗਾਰੀ ਇੰਨੀ ਆ ਕਿ ਹਰੇਕ ਬੰਦਾ ਆ ਜਾਂਦਾ ਵੀ ਘੱਟ ਪੈਸੇ ਤੇ ਕੰਮ ਕਰਨ ਨੂੰ ਤਿਆਰ ਹੀ ਬੈਠਾ। ਬਿਲਕੁਲ ਬਈ, ਅਸਲ 'ਚ ਠੇਕੇਦਾਰੀ 'ਚ ਕੀ ਹੁੰਦਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਆ ਜਿਹੜਾ, ਉਹ ਆਪਦੀ ਜ਼ਿੰਮੇਵਾਰੀ ਤੋਂ ਭੱਜ ਜਾਂਦਾ। ਉਹ ਕਹਿੰਦੇ ਅਸੀਂ ਤਾਂ ਫਲਾਣੇ ਠੇਕੇਦਾਰ ਨੂੰ ਠੇਕਾ ਦੇਤਾ, ਉਹਦੇ ਮੁਲਾਜ਼ਮ ਆ, ਉਹ ਜਾਣੇ ਰੱਖੇ ਨਾ ਰੱਖੇ, ਮਤਲਬ ਅਸੀਂ ਤਾਂ ਕੋਈ ਹੀ ਨਹੀਂ ਹੁੰਦੇ। ਮਤਲਬ ਪਰ ਹੋਣਾ ਕੀ ਚਾਹੀਦਾ ਕਿ ਇੱਥੇ ਯੂਨੀਵਰਸਿਟੀ ਪਬਲਿਕ ਯੂਨੀਵਰਸਿਟੀ ਆ, ਰੈਗੂਲਰ ਭਰਤੀ ਹੋਵੇ। ਮਤਲਬ ਰੈਗੂਲਰ ਭਰਤੀ ਹੋਊਗੀ, ਯੂਨੀਵਰਸਿਟੀ ਨੂੰ ਫਾਇਦਾ, ਮੁਲਾਜ਼ਮਾਂ ਨੂੰ ਫਾਇਦਾ। ਮਤਲਬ ਜਿਹੜਾ ਪ੍ਰੋਫਿਟ ਵਿੱਚੋਂ ਠੇਕੇਦਾਰ ਖਾ ਰਿਹਾ, ਉਹ ਪ੍ਰੋਫਿਟ ਚਾਹੇ ਤਾਂ ਮਜ਼ਦੂਰਾਂ ਦੀ ਤਨਖਾਹਾਂ ਵਧੇ ਜਾਣ, ਚਾਹੇ ਕਿ ਉਹ 'ਚੋਂ 4 ਪੈਸੇ ਸਟੂਡੈਂਟਾਂ ਦੇ ਲੱਗ ਜਾਣ, ਹੈ ਨਾ, ਇਹ ਹੋ ਸਕਦਾ। ਮਤਲਬ ਓਵਰਆਲ ਯੂਨੀਵਰਸਿਟੀ ਨੂੰ ਉਹ 'ਚੋਂ ਫਾਇਦਾ ਹੋਊਗਾ। ਪਰ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਉੱਪਰ ਚਲਾਉਣ ਵਾਲੇ ਆ, ਉਹਨਾਂ ਨੂੰ ਨਹੀਂ ਫਾਇਦਾ ਹੋਣਾ ਨਾ, ਜਿਹਦੇ ਵਿੱਚੋਂ ਪੈਸੇ ਖਾਦੇ ਜਾਣੇ ਠੇਕੇਦਾਰੀ 'ਚੋਂ ਜ਼ਿੰਮੇਵਾਰੀ ਤੋਂ ਫਿਰ ਹਿੱਸਾ ਪੱਤੀ ਰੱਖੀ ਹੋਣੀ। ਹਾਂ ਬਿਲਕੁਲ ਬਾਈ। ਕੀ ਨਾਮ ਜੀ ਤੁਹਾਡਾ? सुभाषिस। आज कितना समय हो गया काम करते? 7-8 साल हो गया सर अभी। 7-8 साल हो गए, तो अभी कोई पक्का नहीं किया? नहीं जी नहीं। क्या कितनी तनख्वाह कितनी देते थे, और क्या तनख्वाह देने में भी कोई दिक्कत कर? हाँ, तनख्वाह देने में भी दिक्कत करते थे, तो तनख्वाह के लिए भी हड़ताल करना पड़ता था सर। यहाँ पर एक महीना बैठना पड़ता था इनको। परिवार का गुजारा कैसे चल रहा है? अब जैसे धरने पर बैठे हो, काम से निकाल दिया, कैसे चल रहा है? ये तो 5 बजे के बाद कहीं हल्का फुल्का काम कोई प्लम्बर का मिल जाता है, उसी में ही करते हैं। बाकी तो बैठे हैं यहाँ पर सर, 1.5 महीना हो गया। आवाज़ सुनी? कोई नहीं सुन रहा सर, 1.5 महीना हो गया बैठे हैं, कोई नहीं सुन रहा सर। क्या क्या गुजारिश क्या कर रहे हो? इनको सर यही मांग करें कि सारे बंदे ड्यूटी चढ़े सर, जो बंदे को इन्होंने निकाला है वो भी नहीं सुन रहे जी। हाँ, जो ठेकेदार है RR बिल्डर, वो तो बिल्कुल ही जवाब दे रहा है। जो गुंडागर्दी वाला काम करते हैं वो तो बिल्कुल नहीं सुनता है जी, कि मैंने रखना ही नहीं बंदे। नहीं, जो पुराना बंदे थे उनको भी उन्होंने निकाल दिया जी। साफ मना कर दिया कि रखना ही नहीं है? नहीं रखना जी, उसने साफ मना कर रहा है जी। क्या नाम है भाई? शिव कुमार सर। कुमार जी, कितना समय हो गया काम करते हैं? 7-8 साल हो गए ये मेरे। 7-8 साल आपको भी हो गए, तो पक्का नहीं किया गया आप? नहीं जी, बिल्कुल भी नहीं जी। वैसे मांग करते हो कि पक्के तौर पर मुलाजिम रखने चाहिए ताकि उनको उनकी सिक्योरिटी? वैसे ही रख लो चाहे, लेकिन ठेकेदारी वाला सिस्टम ख़त्म कर दो, चाहे यहीं के थ्रू रख लो। कम से कम उससे क्या होगा, इनकी जो वो पेमेंट वगैरह लेट होती है उससे भी फ़र्क पड़ जाएगा। बाकी जो ठेकेदार का बिचौलिया सिस्टम है, जो खा रहे हैं पैसे, वो भी ख़त्म हो जाएगा। मतलब ले दे के इनकी सैलरी भी टाइम पे आ जाएगी जी। वैसे हैरानी होती है कि बाकी सब मुलाजिम जो पढ़ाते हैं या और काम करते हैं वो सब रेगुलर हैं यहाँ पर, और पब्लिक यूनिवर्सिटी है, और इस पर सबसे अहमियत जो तो इसी चीज़ पर देनी चाहिए कि पक्के रखने चाहिए। यहाँ पे ना जो ये बंदे लगे हुए हैं, इनके साथ के बंदे और किसी डिपार्टमेंट में लगे ना, वो रेगुलर हो गए, उनको DADP भी लग गया जी। बहुत से ऐसे बंदे हैं जो हॉर्टिकल्चर में है या वहाँ पे हैं, लेकिन इनके साथ आज तक कुछ भी नहीं हुआ, ना किसी ने बैठ के मीटिंग करी, ना कुछ करा जी। बड़ी हैरानी की बात है कि चंडीगढ़ वर्ग जैसे शहर में ऐसी चीज़ें सुनने को मिल रही हैं कि मुलाजिम अभी भी 7-8 सालों से कच्चे काम कर रहे हैं। हाँ जी, हाँ जी, हाँ जी, ये कॉन्ट्रैक्ट पर उस पर है जी,
कॉन्ट्रैक्चुअल दी। ਗਗਨ ਫਿਰ ਇਹ ਮਸਲੇ ਦਾ ਹੱਲ ਕਿਸ ਤਰੀਕੇ ਨਾਲ ਦੇਖਦੇ ਹੋ? ਲੱਗਦਾ ਕਿ ਸੁਣਨਗੇ ਤਾਂ ਸਾਫ਼ ਤੌਰ ਤੇ ਕਹਿੰਦੇ ਕਿ 7-7 8-8 ਸਾਲ, ਬਾਬੇ ਨੂੰ ਤਾਂ 15 ਸਾਲ। 15 ਸਾਲ ਹੋ ਗਏ। ਆਪਾਂ ਤਾਂ ਬਈ ਹਰ ਸਾਲ ਹੀ ਇਹ ਵੇਖਦਾ ਦੇਖਦਿਆਂ ਨੂੰ ਹੋ ਗਿਆ ਕਿ ਹਰ ਸਾਲ ਧਰਨੇ ਤੇ ਬੈਠਦੇ ਆ, ਮਹੀਨਾ ਬੈਠਦੇ ਆ, ਹੱਲ ਹੋ ਜਾਂਦਾ। ਪਰ ਇਸ ਵਾਰ ਇਹਨਾਂ ਜਮਾਂ ਹੀ ਸ਼ਰਮ ਲਾਤੀ। ਮਤਲਬ ਜਿਵੇਂ ਪੁਰਾਣਾ ਵੀ ਸੀ, ਤੁਸੀਂ ਵੀ ਇੱਥੇ ਲੰਬੇ ਸਮੇਂ ਤੋਂ ਆਉਣੇ ਆ ਨਾ ਯੂਨੀਵਰਸਿਟੀ, ਪੁਰਾਣਾ ਵੀ ਸੀ ਬਹੁਤ ਜ਼ਿਆਦਾ ਬਦਨਾਮ ਸੀ, ਕੋਈ ਕਰਪਸ਼ਨ ਕਰਦਾ, ਮਜ਼ਦੂਰਾਂ ਨਾਲ ਵੀ ਧੱਕਾ ਕਰਦਾ, ਸਟੂਡੈਂਟਾਂ ਨਾਲ ਵੀ ਧੱਕਾ ਕਰਦਾ। ਪਰ ਇਹ ਤਾਂ ਉਦੋਂ ਵੀ ਗਏ ਗੁਜਰੇ ਆ। ਕਹਿਣ ਨੂੰ ਆਇਆ ਵੀ ਨਵਾਂ ਵੀ ਸੀ ਆਇਆ, ਨਵਾਂ ਪ੍ਰਸ਼ਾਸਨ ਆਇਆ ਹੈ ਨਾ, ਵੀ ਇਹ ਕੁਛ ਹੋ ਸਕਦਾ, ਸਾਡੀ ਗੱਲ ਸੁਣਨ। ਪਰ ਹਾਲ ਉਹੀ ਆ, ਹੱਲ ਇੱਥੇ ਧਰਨੇ ਨਾਲ ਹੀ ਹੁੰਦਾ। ਮਤਲਬ ਇਹਨਾਂ ਨੂੰ ਜਿਵੇਂ ਆਪਾਂ ਪਹਿਲਾਂ ਗੱਲ ਕਰੀ, ਤਰਸ ਨਹੀਂ ਆਉਣ ਵਾਲਾ ਕਦੇ ਵੀ ਸਾਡੇ ਤੇ। ਅਸੀਂ ਇੱਥੇ ਧੁੱਪੇ ਬੈਠੇ ਹਾਂ, ਮੀਂਹਾਂ 'ਚ ਵੀ ਰਾਤ ਨੂੰ ਬੈਠਦੇ ਹਾਂ, ਪਰ ਇਹਨਾਂ ਨੂੰ ਕਦੇ ਤਰਸ ਨਹੀਂ ਆਉਣਾ। ਜੇ ਇਹਨਾਂ ਨੂੰ ਅਸੀਂ ਕੋਈ ਤਕਲੀਫ ਕਰਾਂਗੇ, ਇਹਨਾਂ ਨੂੰ ਤੰਗ ਕਰਾਂਗੇ, ਫੇਰ ਹੀ ਤਰਸ ਆਉਂਦਾ। ਮਤਲਬ ਇੱਥੇ ਬੈਠਿਆਂ ਦੀ ਇਹਨਾਂ ਨੂੰ ਤਕਲੀਫ ਹੈਗੀ ਆ, ਇੰਨੀ ਕੁ ਤਕਲੀਫ ਨਾਲ ਨਹੀਂ ਮੰਨੇ ਤਾਂ ਅਸੀਂ ਹੋਰ ਤਰੀਕਾ ਦੇਖਾਂਗੇ ਫਿਰ ਕਿਵੇਂ ਮੰਨਦੇ। ਲੱਗਦਾ ਸੰਦੀਪ ਕਿ ਹਰੇਕ ਮਸਲੇ ਦਾ ਹੱਲ ਹੁਣ ਸੰਘਰਸ਼ਾਂ ਦੇ ਜ਼ਰੀਏ ਹੀ ਹੈਗਾ। ਖਾਸ ਕਰਕੇ ਯੂਨੀਵਰਸਿਟੀਆਂ ਦੀ ਅਸੀਂ ਗੱਲ ਕਰ ਲਈਏ, ਇੱਥੇ ਦੇਖ ਲੈਂਦੇ ਹਾਂ ਹਰੇਕ ਮਸਲੇ ਨੂੰ ਲੈ ਕੇ ਧਰਨਾ ਕਰਨਾ ਪੈਂਦਾ, ਉਸ ਤੋਂ ਬਾਅਦ ਹੀ ਆਵਾਜ਼ ਸੁਣੀ ਜਾਂਦੀ। ਤੁਸੀਂ ਵੀ ਪਹਿਲਾਂ ਕਈ ਮਸਲਿਆਂ ਨੂੰ ਲੈ ਕੇ ਧਰਨਾ ਕਰਦੇ ਰਹੇ ਹੋ। ਹੁਣ ਇਹ ਮਜ਼ਦੂਰ ਜਿਹੜੇ ਆਧਾਰ ਨੇ ਇਸ ਯੂਨੀਵਰਸਿਟੀ ਦਾ, ਕਿਉਂਕਿ ਅਸੀਂ ਦੇਖਦੇ ਨਾ ਉੱਪਰੋਂ ਯੂਨੀਵਰਸਿਟੀ ਸੋਹਣੀ ਲੱਗਦੀ ਹੈ ਤਾਂ ਉਹਨੂੰ ਸੋਹਣੀ ਰੱਖਣ ਦੇ ਵਿੱਚ ਕੌਣ ਕੰਮ ਕਰ ਰਿਹਾ, ਤਾਂ ਇਹਨਾਂ ਮਜ਼ਦੂਰਾਂ ਦੀ ਗੱਲ ਆਉਂਦੀ ਹੈ। ਪਰ ਇਹਨਾਂ ਨੂੰ ਇਹਨਾਂ ਦੀ ਜ਼ਿੰਦਗੀ ਦਾ ਉਹ ਇੰਨਾ ਇਤਫਾਕ ਹੀ ਨਹੀਂ ਰੱਖਦੇ ਹੈਗੇ। ਲੱਗਦਾ ਕਿ ਹਰੇਕ ਕੰਮ ਲਈ ਸੰਘਰਸ਼ ਕਰਨਾ। ਮਤਲਬ ਇਹ ਤਾਂ ਮਤਲਬ ਜਦੋਂ ਤੋਂ ਮਤਲਬ ਭਾਰਤ ਸੋ ਕਾਲਡ ਆਜ਼ਾਦੀ ਆਈ ਆ, ਉਦੋਂ ਤੋਂ ਲੈ ਕੇ ਕਿਸਾਨ ਹੋ ਗਏ ਚਾਹੇ ਮਜ਼ਦੂਰ ਹੋ ਗਏ, ਮਤਲਬ ਲਗਾਤਾਰ ਸੰਘਰਸ਼ ਕਰ ਰਹੇ ਨੇ ਵੀ ਉਹ ਕਿਸ ਤਰ੍ਹਾਂ ਦੀ ਆਜ਼ਾਦੀ ਹੈ ਜਿਹਦੇ ਵਿੱਚ ਮਜ਼ਦੂਰ ਲਗਾਤਾਰ ਪਿਸ ਰਿਹਾ। ਵੀ ਜਿਹੜੀ ਆਜ਼ਾਦੀ ਦੀ ਗੱਲ ਭਗਤ ਸਿੰਘ ਕਰਦਾ ਕਿ ਮਜ਼ਦੂਰ ਦੀ ਲੁੱਟ ਹੋਏ ਦਾ ਐਂਡ ਹੋਏਗਾ ਤਾਂ ਜਾ ਕੇ ਇੱਕ ਇਨਕਲਾਬੀ ਸੁਪਨਾ ਸਿਰਜਿਆ ਜਾਏਗਾ। ਲੇਕਿਨ ਪੰਜਾਬ ਯੂਨੀਵਰਸਿਟੀ ਦਾ ਪ੍ਰਸ਼ਾਸਨ ਬਹੁਤ ਬੇਸ਼ਰਮ ਇਸ ਕਰਕੇ ਵੀ ਆ, ਉਹ ਇਹ ਕੰਮ ਕਰਦੇ ਨੇ ਪੀਯੂ 'ਚ। ਉਹ ਕਹਿੰਦੇ ਇਹ ਤਾਂ ਸਾਡੇ ਵਰਕਰ ਹੀ ਨਹੀਂ ਹੈਗੇ, ਇਹ ਤਾਂ ਕੰਟਰੈਕਟਰ ਦੇ ਵਰਕਰ ਨੇ। ਤੇ ਇੱਕ ਇੰਟਰਸਟਿੰਗ ਗੱਲ ਕਿ ਇੱਥੇ 3-4 ਦਿਨ ਪਹਿਲਾਂ ਇੱਕ ਹੋਰ ਧਰਨਾ ਲੱਗਾ ਟੀਚਰ ਦਾ। ਉਹ ਟੀਚਰ ਨੂੰ ਵੀ ਇਹਨਾਂ ਨੇ ਕੱਢ ਦਿੱਤਾ ਸੀਗਾ, ਕਿਸੇ ਕਾਲਜ ਦਾ ਟੀਚਰ ਸੀ, ਤੇ ਉਸ ਟੀਚਰ ਨੂੰ ਬਹਾਲ ਕਰਨ ਲਈ ਉਹਨਾਂ ਨੇ ਧਰਨਾ ਲਾ ਲਿਆ। ਉਹ ਧਰਨੇ ਦੇ ਲਈ ਰਜਿਸਟਰਾਰ ਤੋਂ ਲੈ ਕੇ ਹੋਰ ਜਿਹੜੇ ਪਦ ਅਧਿਕਾਰੀ ਸੀਗੇ ਉਹ ਪੈਦਲ ਚੱਲ ਕੇ ਇਹਨਾਂ ਕੋਲ ਆਉਂਦੇ ਨੇ, ਤੇ ਇਹ ਮਜ਼ਦੂਰ ਲਗਾਤਾਰ ਇੱਥੇ 45 ਦਿਨ ਤੋਂ ਬੈਠੇ ਨੇ ਤੇ ਇਹਨਾਂ ਦੀ ਗੱਲ ਨਹੀਂ ਸੁਣਨ ਆ ਰਹੇ। ਉਹ ਕਹਿੰਦੇ ਕਰ ਲਓ ਤੁਸੀਂ ਕੀ ਕਰਨਾ। ਫਿਰ ਮਤਲਬ ਜੇ ਸਾਡੀ ਹੁਣ ਨਹੀਂ ਸੁਣਨਗੇ ਤਾਂ ਫਿਰ ਅਸੀਂ ਹੋਰ ਤਰੀਕੇ ਲੱਭਾਂਗੇ ਤਾਂ ਕਿ ਇੱਥੇ ਇਹਨਾਂ ਦੀਆਂ ਫੈਮਲੀਆਂ ਆਉਣਗੀਆਂ, ਕਿਉਂਕਿ ਫੈਮਲੀਆਂ ਕੋਲ ਹੋਰ ਕੋਈ ਰਾਹ ਬਸੇਰਾ ਨਹੀਂ ਹੈਗਾ। ਤਾਂ ਇਸ ਸੰਘਰਸ਼ ਨੂੰ ਤਿੱਖਾ ਕੀਤਾ ਜਾਊਗਾ। ਹੋਰ ਕੱਲ੍ਹ ਵੀ ਇੱਥੇ ਪੰਜਾਬ ਯੂਨੀਵਰਸਿਟੀ ਦੇ ਜਿੰਨੀਆਂ ਸਟੂਡੈਂਟ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਇੱਕ ਇੱਥੇ ਵੱਡਾ ਪ੍ਰੋਟੈਸਟ ਕੀਤਾ ਵਰਕਰਾਂ ਦੀ ਸੋਲੀਡੈਰਿਟੀ 'ਚ ਕਿ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਇੱਥੇ ਮਤਲਬ ਵਰਕਰਾਂ ਦੇ ਨਾਲ ਆ। ਤਾਂ ਅਸੀਂ ਇਹ ਧਰਨੇ ਨੂੰ ਹੋਰ ਤਿੱਖਾ ਕਰਾਂਗੇ। ਮਤਲਬ ਪੰਜਾਬ ਯੂਨੀਵਰਸਿਟੀ ਜੇ ਸਿੰਪਲ ਭਾਸ਼ਾ 'ਚ ਸਾਡੀ ਗੱਲ ਮੰਨਣ ਨੂੰ ਤਿਆਰ ਆ ਤਾਂ ਠੀਕ ਆ, ਅਦਰਵਾਈਜ਼ ਅਸੀਂ ਹੋਰ ਰਸਤਾ ਅਪਣਾਵਾਂਗੇ। ਤਾਂ ਇਹ ਜਿਹੜੇ ਬਜ਼ੁਰਗ ਨੇ ਇਹ 15 ਸਾਲਾਂ ਤੋਂ ਤੇ ਹੋਰ ਮਜ਼ਦੂਰ ਜਿਹੜੇ ਨੇ ਲੰਮੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਨੇ। ਪਰ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਤੰਤਰ ਹੈਗਾ ਉਹ ਇਹਨਾਂ ਨੂੰ ਇਨਸਾਨ ਹੀ ਨਹੀਂ ਮੰਨਦਾ। ਬੜੀ ਹੈਰਾਨੀ ਹੁੰਦੀ ਹੈ ਕਿ ਬੜੇ ਆਸਾਨ ਢੰਗ ਦੇ ਨਾਲ ਕਹਿ ਦਿੱਤਾ ਜਾਂਦਾ ਕਰ ਲਓ ਜੋ ਕਰਨਾ, ਅਸੀਂ ਤੁਹਾਨੂੰ ਕੱਢ ਦਿੱਤਾ, ਤੁਸੀਂ ਆਪਣਾ ਰੁਜ਼ਗਾਰ ਆਪਣੇ ਹਿਸਾਬ ਨਾਲ ਦੇਖੋ। ਜਿਹੜੇ ਲੰਮੇ ਸਮੇਂ ਤੋਂ ਇਸ ਯੂਨੀਵਰਸਿਟੀ ਦੇ ਵਿੱਚ ਕੰਮ ਕਰ ਰਹੇ ਨੇ ਲੋਕ, ਉਹਨਾਂ ਦੇ ਨਾਲ ਅਜਿਹਾ ਵਤੀਰਾ ਕਿਉਂ ਹੋ ਰਿਹਾ, ਇਹ ਬੜੀ ਸੋਚਣ ਵਾਲੀ ਗੱਲ ਹੈ। ਤਾਂ ਸਟੂਡੈਂਟ ਵਰਗ ਨਾਲ ਖੜਾ ਹੈਗਾ ਪਰ ਇਹਨਾਂ ਦੀ ਆਵਾਜ਼ ਹਾਲੇ ਤੱਕ ਨਹੀਂ ਸੁਣੀ ਜਾ ਰਹੀ। ਚਿੰਤਾ ਦੀ ਗੱਲ ਹੈ ਕਿ ਮਨੁੱਖ ਦੇ ਅੰਦਰੋਂ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ ਤੇ ਮਜ਼ਦੂਰਾਂ ਨੂੰ ਇਸ ਤਰੀਕੇ ਨਾਲ ਉਹਨਾਂ ਦੇ ਨਾਲ ਵਤੀਰਾ ਕੀਤਾ ਜਾ ਰਿਹਾ ਕਿ ਜਿਹੜਾ ਆਪਣੇ ਆਪ ਦੇ ਵਿੱਚ ਇਹ ਸਵਾਲ ਖੜੇ ਕਰਦਾ ਕਿ ਸਾਡੇ ਵਿੱਚ ਇਨਸਾਨੀਅਤ ਜਿਹੜੀ ਸੀ ਉਹ ਖਤਮ ਹੋ ਚੁੱਕੀ ਹੈ। ਇਨਸਾਨੀਅਤ ਦੇ ਉੱਪਰ ਵੀ ਸਵਾਲ ਖੜੇ ਹੋ ਰਹੇ ਨੇ। ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਤੁਸੀਂ ਆਪਣੇ ਕਮੈਂਟ, ਆਪਣੀਆਂ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਸਹਿਯੋਗੀ ਦੇ ਨਾਲ ਹਰਦੀਪ ਸਿੰਘ ਭੋਗਲ, ਨਿਊਜ਼ ਓਨਲੀ, ਚੰਡੀਗੜ੍ਹ।